गुड इवनिंग दोस्तों, वेलकम टू आवर चैनल। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਨਵਰਜੈਂਸ ਐਂਡ ਨਾਨ ਕਨਵਰਜੈਂਸ ਬਾਰੇ ਕੁਝ ਬਹੁਤ ਹੀ ਇੰਪੋਰਟੈਂਟ ਗੱਲਾਂ ਬਾਤਾਂ ਕਰਾਂਗੇ। ਜਿਵੇਂ ਕੁਝ ਸੀਰੀਜ਼ ਦਾ ਨੇਚਰ ਡਿਫਰੈਂਟ ਅਲੱਗ-ਅਲੱਗ ਹੁੰਦਾ ਹੈ, ਪਰ ਉਹਨਾਂ ਦੇ ਸਮ ਦਾ, ਡਿਫਰੈਂਸ ਦਾ, ਪ੍ਰੋਡਕਟ ਦਾ ਐਂਡ ਡਿਵੀਜ਼ਨ ਦਾ ਜਿਹੜਾ ਨੇਚਰ ਹੈ ਉਹ ਡਿਫਰੈਂਟ ਹੋ ਜਾਂਦਾ ਹੈ। ਇਸ ਦੇ ਰਿਗਾਰਡਿੰਗ ਕੁਝ ਗੱਲਾਂ, ਕਨਵਰਜੈਂਟ ਦੇ ਕੁਝ ਇੰਪੋਰਟੈਂਟ ਪੁਆਇੰਟ ਜਿਹੜੇ ਕਿ ਐਗਜ਼ਾਮ 'ਚ ਡਾਇਰੈਕਟਲੀ ਪੁੱਛੇ ਜਾਂਦੇ ਨੇਗੇ, ਇਹ ਸਾਰੀ ਗੱਲਾਂ ਬਾਤਾਂ ਅੱਜ ਦੀ ਇਸ ਵੀਡੀਓ 'ਚ ਆਪਾਂ ਕਰਾਂਗੇ। ਆਓ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਇੰਪੋਰਟੈਂਸ ਆਫ ਨੇਚਰ ਆਫ ਸੀਕੁਐਂਸ। ਇਸ ਦੇ ਵਿੱਚ ਮੈਂ ਕੀ ਗੱਲ ਕਹਿਣਾ ਚਾਹੁੰਦਾ ਕਿ ਕਈ ਵਾਰ ਕੀ ਹੁੰਦਾ ਹੈ ਵੀ ਜਿਵੇਂ an ਅਸੀਂ ਮੰਨ ਲਈਏ an = n ਹੈ ਤੇ bn = -n। ਦੇਖੋ ਰਿਮਾਰਕ 1 ਵੈਰੀ ਇੰਪੋਰਟੈਂਟ, ਲੈਟ an = n bn = -n, an = n and bn = -n। ਜੇ ਆਪਾਂ ਇਹਨੂੰ ਉਹਦਾ ਪਲੱਸ ਕਰ ਦਈਏ, ਵੈਸੇ ਜੇ ਆਪਾਂ ਲਿਮਿਟ n ਅਪਰੋਚ ਟੂ ਇਨਫਿਨਿਟੀ an ਦੇਖੀਏ ਤਾਂ ਤੁਹਾਨੂੰ ਮਿਲੇਗਾ ਡਜ਼ ਨਾਟ ਐਗਜ਼ਿਸਟ। ਸਿਮਿਲਰਲੀ ਲਿਮਿਟ n ਅਪਰੋਚ ਟੂ ਇਨਫਿਨਿਟੀ bn ਕਰੀਏ, ਉਹ ਵੀ ਕੀ ਆਏਗਾ, ਡਜ਼ ਨਾਟ ਐਗਜ਼ਿਸਟ। ਜਾਂ ਇਹ ਕਹਿ ਲਓ ਕਿ ਇਹ ਸੀਕੁਐਂਸ ਡਾਇਵਰਜਿੰਗ ਟੂ ਪਲੱਸ ਇਨਫਿਨਿਟੀ ਹੈ ਤੇ ਇਹ ਸੀਕੁਐਂਸ ਡਾਇਵਰਜਿੰਗ ਟੂ ਮਾਈਨਸ ਇਨਫਿਨਿਟੀ ਹੈ। ਲੇਕਿਨ ਜਦੋਂ ਅਸੀਂ an ਤੇ bn ਨੂੰ ਜੋੜਦੇ ਤੇ ਫਿਰ ਉਹਦੀ ਲਿਮਿਟ ਲੈਣੀ ਤਾਂ ਕੀ ਹੁੰਦਾ, an ਕੀ ਹੈ +n, bn ਕੀ ਹੈ -n, n ਨਾਲ ਕਿ 0, यानी कि आंसर क्या आएगा 0। यानी कि ਅਸੀਂ ਕੀ ਦੇਖਿਆ ਕਿ ਸੀਕੁਐਂਸ ਅਲੱਗ-ਅਲੱਗ ਨੇ ਤਾਂ ਉਹਦੀ ਲਿਮਿਟ ਐਗਜ਼ਿਸਟ ਨਹੀਂ ਕਰਦੀ, ਕਨਵਰਜ ਨਹੀਂ ਕਰਦੀਆਂ, ਡਾਇਵਰਜ ਕਰਦੀਆਂ ਨੇ। ਪਰ ਜਦੋਂ ਉਹਨੂੰ ਐਡ ਕਰਤਾ ਤਾਂ ਉਹਦੀ ਲਿਮਿਟ ਐਗਜ਼ਿਸਟ ਕਰਨ ਲੱਗੀ। ਕਹਿਣ ਦਾ ਭਾਵ ਕੀ ਹੈ, ਜੇ ਦੋ ਸੀਕੁਐਂਸ ਦੀ ਲਿਮਿਟ ਐਗਜ਼ਿਸਟ ਨਹੀਂ ਕਰਦੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਸਮ ਦੀ ਲਿਮਿਟ ਵੀ ਐਗਜ਼ਿਸਟ ਨਹੀਂ ਕਰਦੀ। ਠੀਕ ਹੈ, ਇੱਥੇ ਇਹ ਇੰਪੋਰਟੈਂਟ ਪੁਆਇੰਟ ਸੀਗਾ। ਨੈਕਸਟ ਹੈ remark number 2, let an = n bn = n। an ਵੀ n ਹੈ ਤੇ bn ਵੀ n ਹੈ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਲਿਮਿਟ n ਅਪਰੋਚ ਟੂ ਇਨਫਿਨਿਟੀ an will be not existing, does not exist। ਕਿਉਂ? ਕਿਉਂਕਿ an ਨੇ ਕਿਤੇ ਵੀ ਜਾ ਕੇ ਇਕੱਠੇ ਨਹੀਂ ਹੋਣਾ, ਇਹ ਚਲਦੀ ਜਾਏਗੀ, ਡਾਇਵਰਜ ਕਰੇਗੀ ਪਲੱਸ ਇਨਫਿਨਿਟੀ ਨੂੰ। ਸਿਮਿਲਰਲੀ ਲਿਮਿਟ n ਅਪਰੋਚ ਟੂ ਇਨਫਿਨਿਟੀ bn, ਇਹ ਵੀ ਡਜ਼ ਨਾਟ ਐਗਜ਼ਿਸਟ ਹੈ, ਇਹ ਵੀ ਕਨਵਰਜ ਨਹੀਂ ਹੈਗੀ ਕਿਉਂਕਿ ਇਹ ਵੀ ਡਾਇਵਰਜ ਕਰੇਗੀ ਪਲੱਸ ਇਨਫਿਨਿਟੀ ਨੂੰ। ਪਰ ਇੱਥੇ ਕੀ ਹੋ ਰਿਹਾ, ਜੇ ਅਸੀਂ ਲਿਮਿਟ ਲਈਏ n ਅਪਰੋਚ ਟੂ ਇਨਫਿਨਿਟੀ an - bn ਤਾਂ ਕੀ ਹੋਊਗਾ, ਲਿਮਿਟ n ਅਪਰੋਚ ਟੂ ਇਨਫਿਨਿਟੀ n - n ਕਿੰਨਾ ਸੀਗਾ ਵੀ 0। ਦੇਖੋ an ਦੀ ਇਕੱਲੀ ਦੀ ਲਿਮਿਟ ਐਗਜ਼ਿਸਟ ਨਹੀਂ ਕਰਦੀ ਸੀ, bn ਦੀ ਇਕੱਲੀ ਦੀ ਵੀ ਨਹੀਂ ਕਰਦੀ ਸੀ, ਲੇਕਿਨ an - bn ਕਰਨ ਨਾਲ ਲਿਮਿਟ ਐਗਜ਼ਿਸਟ ਕਰਨ ਲੱਗੀ। ਬਹੁਤ ਇੰਪੋਰਟੈਂਟ। ਇੱਥੋਂ ਨਾ ਇੰਪੋਰਟੈਂਟ ਗੱਲ ਇਹ ਵੀ ਨਿਕਲਦੀ ਹੈ ਕਿ ਅਗਰ ਤੁਹਾਨੂੰ ਕੋਈ ਕਹੇ ਲਿਮਿਟ n ਅਪਰੋਚ ਟੂ ਇਨਫਿਨਿਟੀ an + bn ਐਗਜ਼ਿਸਟ, ਦੈਨ ਲਿਮਿਟ an ਐਂਡ bn ਕਿਸ ਤਰ੍ਹਾਂ ਦੀ ਹੋਵੇਗੀ, ਤਾਂ ਤੁਸੀਂ ਕਹਿ ਸਕਦੇ ਹੋ ਮੇ ਔਰ ਮੇ ਨਾਟ ਐਗਜ਼ਿਸਟ। ਹੋ ਸਕਦਾ ਐਗਜ਼ਿਸਟ ਕਰੇ ਤੇ ਹੋ ਸਕਦਾ ਐਗਜ਼ਿਸਟ ਨਾ ਕਰੇ। ਰਿਮਾਰਕ 3, ਸਿਮਿਲਰ ਐਗਜ਼ਾਮਪਲ ਲੈ ਲਓ। ਜੇ ਅਸੀਂ an upon bn ਕਰ ਦਈਏ, ਲਿਮਿਟ n ਅਪਰੋਚ ਟੂ ਇਨਫਿਨਿਟੀ an upon bn ਕਰ ਦਈਏ ਤਾਂ n upon n ਕੀ ਹੋ ਜਾਏਗਾ, ਕੈਂਸਲ ਹੋ ਜਾਏਗਾ, ਸਾਡੇ ਕੋਲ ਕੀ ਆ ਜਾਏਗਾ 1। ਹੁਣ an ਦੀ ਲਿਮਿਟ ਵੀ ਐਗਜ਼ਿਸਟ ਨਹੀਂ ਕਰਦੀ, bn ਦੀ ਵੀ ਨਹੀਂ ਕਰਦੀ, ਪਰ ਅਸੀਂ ਕੀ ਦਿਖਾਤਾ ਕਿ n ਦੇ ਡਿਵੀਜ਼ਨ ਦੀ ਲਿਮਿਟ ਜਿਹੜੀ ਹੈ ਐਗਜ਼ਿਸਟ ਕਰਦੀ ਹੈ। ਬਹੁਤ ਇੰਪੋਰਟੈਂਟ ਐਗਜ਼ਾਮਪਲ ਹੈ। ਨੈਕਸਟ ਹੈ ਰਿਮਾਰਕ ਨੰਬਰ 4, let an = -1/n
ਤੇ bn ਵੀ ਹੈਗਾ -1 ਦੀ ਪਾਵਰ n। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਲਿਮਿਟ n goes to infinity does not exist। does not exist ਦਾ ਮੀਨਿੰਗ ਕੀ ਹੈ? ਲਿਮਿਟ ਪੁਆਇੰਟ ਤਾਂ ਹੁੰਦੇ ਨੇ -1 ਤੇ 1, ਪਰ ਲਿਮਿਟ ਨਹੀਂ ਹੁੰਦੀ। ਸਿਮਿਲਰਲੀ ਲਿਮਿਟ n goes to infinity bn does not exist। ਯੂਨੀਕ ਲਿਮਿਟ ਨਹੀਂ ਹੁੰਦੀ, ਯੂਨੀਕ ਲਿਮਿਟ ਨਹੀਂ ਹੁੰਦੀ, ਬਟ लिमिट n goes to infinity an into bn -1 into -1 ਦੀ n, यानी कि लिमिट n goes to infinity -1 ਦੀ ਪਾਵਰ 2n that is equal to 1। ਹੁਣ ਅਸੀਂ ਕੀ ਦੇਖਿਆ ਕਿ ਦੋਨੋਂ ਸੀਕੁਐਂਸ an ਤੇ bn ਦੋਨੋਂ ਕੀ ਨੇ? ऑस्किलेटरी ਨੇ। ਦੋਨੋਂ ਸੀਕੁਐਂਸ ਕੀ ਨੇ ਵੀ? ऑस्किलेटरी ने। पर ਜਦੋਂ ਦੀ ਪ੍ਰੋਡਕਟ ਕਰਤੀ ਤਾਂ ਉਹ ਇੱਕ ਕਨਵਰਜੈਂਟ ਸੀਕੁਐਂਸ ਦੇ ਰੂਪ ਸਾਹਮਣੇ ਆ ਗਏ ਜਿਹਦਾ ਲਿਮਿਟ ਪੁਆਇੰਟ ਕੀ ਹੈ ਵੀ 1 ਹੈ। ਯਾਨੀ ਕਿ ਇੱਥੋਂ ਹੀ ਕਲੀਅਰ ਹੁੰਦਾ ਹੈ ਕਿ an ਤੇ bn ਦਾ ਆਪਦਾ ਨੇਚਰ ਅਲੱਗ-ਅਲੱਗ ਹੋ ਸਕਦਾ ਹੈ, ਪਰ ਜਦੋਂ ਉਹ ਐਡ ਹੋਣਗੀਆਂ, ਸਬਟਰੈਕਟ ਹੋਣਗੀਆਂ, ਡਿਵਾਈਡ ਕਰਾਂਗੇ ਆਪਾਂ ਉਹਨੂੰ ਜਾਂ ਉਹਦੀ ਮਲਟੀਪਲੀਕੇਸ਼ਨ ਹੋਏਗੀ ਤਾਂ ਉਹਨਾਂ ਦਾ ਨੇਚਰ ਹੈ ਉਹ ਚੇਂਜ ਹੋ ਸਕਦਾ ਹੈ। ਠੀਕ ਹੈ। ਰਿਮਾਰਕ ਨੰਬਰ 5 ਆਪਾਂ ਇੱਥੇ ਲਿਖਦੇ ਹਾਂ। रिमार्क नंबर 5 an is equal to -1 over n है। चंगी तरह जानते हो an is an oscillatory or we can say non convergent, but जब हम an का मॉडुलस ले लीए -1 की पावर n का मॉडुलस ले लीए तो यही बन जाएगा 1 बन जाएगा, दैट इज कन्वर्जेंट। दैट इज कन्वर्जेंट। ठीक है। यानी कि कई बार की होंगे आप सीक्वेंस कन्वर्ज नहीं कर रही होंगी लेकिन उसका मॉडुलस कन्वर्ज कर जाता है, तो यह भी एक कंडीशन है। इसका एक स्पैशल नाम भी है। वो नाम की है तुसीं मैनूं कमेंट बॉक्स लिख के दसोगे कि जो इस तरह हो जाए कि an खुद कन्वर्ज ना करे पर वह ਜਿਹੜਾ ਮੋਡੂਲਸ ਹੈ ਉਹ ਕਨਵਰਜ ਕਰ ਦੇ, ਤਾਂ ਇਹਦਾ ਕੀ ਮੀਨਿੰਗ ਹੈ? ਤੁਸੀਂ ਮੈਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ। ਇਹਦਾ ਇੱਕ ਸਪੈਸ਼ਲ ਨਾਮ ਹੈ, ਐਗਜ਼ਾਮ 'ਚ ਵੀ ਇਹ ਪੁੱਛਿਆ ਜਾ ਸਕਦਾ ਹੈਗਾ। ਹੁਣ ਆਪਾਂ ਗੱਲ ਕਰਾਂਗੇ ਕਨਵਰਜੈਂਸ ਦੇ ਕੁਝ ਇੰਪੋਰਟੈਂਟ ਪੁਆਇੰਟਸ ਬਾਰੇ ਤੇ ਕਨਵਰਜੈਂਸ ਦੇ ਨਾਲ ਰਿਲੇਟਡ ਇੰਪੋਰਟੈਂਟ ਪੁਆਇੰਟਸ ਕੀ ਨੇ। ਸਭ ਤੋਂ ਪਹਿਲਾ ਜਿਹੜਾ ਇੰਪੋਰਟੈਂਟ ਪੁਆਇੰਟ ਹੈ, ਐਵਰੀ ਕਨਵਰਜੈਂਟ ਸੀਕੁਐਂਸ ਹੈਜ਼ ਯੂਨੀਕ ਲਿਮਿਟ ਪੁਆਇੰਟ ਔਰ ਵੀ ਕੈਨ ਸੇ it has no more than one limit point। सब तो पहला जिहड़ा important point है that is every convergent sequence has a unique limit point। हर एक convergent sequence का यूनिक लिमिट पॉइंट होता है, यानी कि कोई भी सीक्वेंस एक तो ਵੱਧ पॉइंट में कन्वर्ज नहीं कर सकती। दूसरा, एवरी कन्वर्जेंट सीक्वेंस इज बाउंडेड। एवरी कन्वर्जेंट सीक्वेंस इज बाउंडेड बट कन्वर्स नीड नॉट बी ट्रू। कन्वर्स नीड नॉट बी टू। ये बहुत इंपॉर्टेंट है। ठीक है। ये पूछा भी जा सकता है। एवरी कन्वर्जेंट सीक्वेंस इज डैश बाउंडेड अनबाउंडेड एटसेट्रा एटसेट्रा। तो कन्वर्जेंट हैगी तो बाउंडेड होएगी, पर जे बाउंडेड हैगी तो कन्वर्स होना जरूरी नहीं, यानी कि कन्वर्ज करना जरूरी नहीं। फॉर एग्जाम्पल सब तो तगड़ी एग्जाम्पलों के विच ये एग्जाम्पल है, मैं बहुत बार परत चुकिया गा तो हजे भी पता नहीं किन्ने बार होर काम साडे आ जानी है। -1 की पावर n है, क्लीयर है भी ऑस्किलेटरी है, ऑस्किलेटरी है, सबनों पता ही है इस चीज़ का। नाल ये भी पता होगा कि ਇਹਦਾ लोअर बाउंड की है -1 है। सानू ये भी क्लीयर है कि इसका अपर बाउंड +1 है, यानी कि यह एक बाउंडेड सीक्वेंस है बट ये कन्वर्ज नहीं करती। क्लीयर हो गया ना इतों?
कि कन्वर्जन जी कि बाउंडेड तो होएगी। थोड़े को ऐसी कोई एग्जाम्पल नहीं हैगी सीक्वेंस की जी कन्वर्ज करती हो बाउंडेड ना हो, पर हाँ बाउंडेड की ऐसी एग्जाम्पल हैगी है जो बाउंडेड तो है सीक्वेंस लेकिन कन्वर्ज नहीं करती, ऑस्किलेटरी हो जाती है। ठीक है, आई थिंक ये क्लियर हो गया होगा। कहते इफ ए एन अप्रोच टू एल यानी कि ए एन एल ਨੂੰ ਕਨਵਰਟ ਕਰਦੀ ਹੈ ਦੈਨ ਜਿਹੜੀ ਮੋਡੂਲਸ ਆਫ ए एन ਹੋਏਗੀ ਇਹ ਕਨਵਰਟ ਕਰੇਗੀ ਮੋਡੂਲਸ ਆਫ एल ਨੂੰ। ਇਹ ਬਹੁਤ ਇੰਪੋਰਟੈਂਟ ਚੀਜ਼ ਹੈ, ਇਹਦਾ ਵੀ ਇੱਕ ਸਪੈਸ਼ਲ ਨਾਮ ਹੈ, ਇਹਦਾ ਵੀ ਇੱਕ ਸਪੈਸ਼ਲ ਨਾਮ ਹੈ। ਠੀਕ ਹੈ, ਇਹ ਧਿਆਨ ਰੱਖਣ ਵਾਲੀ ਚੀਜ਼ ਹੈਗੀ, ਜ਼ਰੂਰ ਧਿਆਨ ਰੱਖਿਓ। नेक्स्ट है अगर इफ ये सीक्वेंस ए एन कन्वर्ज कर दी है किसी पॉइंट ए नूं ते जिहड़ी ए एन है वो पॉजिटिव नंबर्स की सीक्वेंस है, दैन जिहड़ा कन्वर्जिंग पॉइंट होएगा वो भी की होएगा पॉजिटिव ही होएगा, जो कि बहुत इंपॉर्टेंट पॉइंट है। पॉजिटिव टर्म की सीक्वेंस पॉजिटिव टर्म ਨੂੰ ही कन्वर्ज करेगी। नैक्सट ਆਪਾਂ ਗੱਲ ਕਰਦੇ ਹਾਂ पॉइंट की, फिफ्थ पॉइंट है कि इफ ए एन कन्वर्जेस टू ए, बी एन कन्वर्जेस टू बी एंड ए एन इज लैस दैन इक्वल टू बी एन फॉर ऑल एन, ਜਿਹੜੀ हर एक ए की टर्म है वो बी की टर्म तो छोटी है तो ਜਿਹੜਾ ਕਨਵਰਜਿੰਗ ਪੁਆਇੰਟ ਹੋਊਗਾ ਉਹ ਵੀ ਕੀ ਹੋਊਗਾ A ਦਾ ਪੁਆਇੰਟ B ਦੇ ਪੁਆਇੰਟ ਤੋਂ ਛੋਟਾ ਹੋਏਗਾ। ਕਹਿਣ ਦਾ ਭਾਵ ਕੀ ਹੈ ਵੀ ਜੇ AN A ਨੂੰ ਕਨਵਰਜ ਕਰਦੀ ਹੈ, BN B ਨੂੰ ਕਨਵਰਜ ਕਰਦੀ ਹੈ ਤੇ AN ਦੀ ਸਾਰੀ ਟਰਮਸ BN ਤੋਂ ਛੋਟੀਆਂ ਨੇ ਤਾਂ ਸਾਡਾ ਜਿਹੜਾ A ਹੈ ਉਹ ਵੀ B ਤੋਂ ਕੀ ਹੋਏਗਾ ਛੋਟਾ ਹੋਏਗਾ। ਠੀਕ ਹੈ, आई होप कि क्लीयर हो गया होगा। कैमरे की हिलजुल हुई थोड़ी जी, ये भी हो जाती है कई बारी। नैक्सट वैरी मच इंपोर्टेंट पॉइंट है, ये बहुत बारी सवालों के थोड़ा देखने मिलता है। इफ ए एन इज अ नल सीक्वेंस, नल सीक्वेंस की आप गल की नहीं, नाले तो मैं समझा दूंगा। ए एन इज अ नल सीक्वेंस एंड बी एन इज बाउंडेड, then an into bn is also a null sequence। बेहद इंपॉर्टेंट है, बेहद इंपॉर्टेंट, ध्यान नाल समझो। मैं की कहा है भी ए एन एक नल सीक्वेंस है, ए एन नल सीक्वेंस है, इसका मतलब ये हो गया कि जो ए एन है वो कन्वर्ज करता है जीरो में। ठीक है, बी एन की है बाउंडेड है, बी एन जस्ट बाउंडेड है। ठीक है, देन ए एन इंटू बी एन जो होएगा वो भी की करेगा भी जीरो में कन्वर्ज करेगा। समझो कि फॉर एग्जाम्पल लेट ए एन इज इक्वल टू 1/n, क्लीयर है, जीरो में अप्रोच करेगा। बी एन ले लो साइन एन, ठीक है, बी एन की ले लो साइन एन, हुण बी एन साइन है, साइन फंक्शन इज बाउंडेड फंक्शन, -1 to 1 जोड़ा है वो ऑस्किलेट करता है। तो जोड़ा ए एन इंटू बी एन है साइन n/n कन्वर्जस टू जीरो। बेहद इंपोर्टेंट चीज़ है। इतों बहुत सारिया लिमिटां के आइडियाज़ मिलते हैं। हुण देखो जिमें cos n/n है, क्लीयर है भी cos n बाउंडेड है, 1/n नल सीक्वेंस है, नल सीक्वेंस मीनस कन्वर्जिंग टू जीरो। cos n बाउंडेड है, 1/n नल सीक्वेंस है, तो दोवां का मिश्रण भी की होएगा एक नल सीक्वेंस होएगा। ठीक है, चलो नैक्सट देखते हैं। उस तो अगला जो पॉइंट है लिमिट ऑफ अ सीक्वेंस, लिमिट ऑफ अ सीक्वेंस इज द ओनली लिमिट पॉइंट ऑफ दैट सीक्वेंस। लिमिट of a sequence is the only limit point
ऑफ दैट सीक्वेंस। लिमिट पॉइंट ਤੇ लिमिट 'ਚ ਕੀ ਫਰਕ ਹੈ ਤੁਸੀਂ ਮੇਰੀ ਪਿਛਲੇ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ, ਜਾ ਕੇ ਉੱਪਰ ਲਿੰਕ ਆ ਗਿਆ ਹੋਊਗਾ, ਚੈੱਕ ਕਰ ਲਿਓ। ਲਿਮਿਟ ਆਫ ਸੀਕੁਐਂਸ ਅਲੱਗ ਚੀਜ਼ ਹੈ, ਲਿਮਿਟ ਪੁਆਇੰਟ ਆਫ ਸੀਕੁਐਂਸ ਅਲੱਗ ਚੀਜ਼ ਹੈ। ਲਿਮਿਟ ਪੁਆਇੰਟ ਬਹੁਤ ਸਾਰੇ ਹੋ ਸਕਦੇ ਨੇ, ਲਿਮਿਟ ਪੁਆਇੰਟ ਕੋਈ ਵੀ ਨਾ ਹੋਵੇ ਇਹ ਵੀ ਹੋ ਸਕਦਾ, ਲਿਮਿਟ ਪੁਆਇੰਟ ਇੱਕ ਹੋਵੇ ਇਹ ਵੀ ਹੋ ਸਕਦਾ, ਦੋ ਹੋਣ ਇਹ ਵੀ ਹੋ ਸਕਦਾ, ਬਹੁਤ ਸਾਰੇ ਲਿਮਿਟ ਪੁਆਇੰਟ ਹੋਣ ਇਹ ਵੀ ਹੋ ਸਕਦਾ। ਪਰ ਲਿਮਿਟ ਇੱਕੋ ਹੀ ਹੁੰਦੀ ਹੈ, ਜੇ ਕਿਸੇ ਸੀਕੁਐਂਸ ਦੀ ਲਿਮਿਟ ਇੱਕੋ ਹੀ ਹੈ ਉਹੀ ਸੀਕੁਐਂਸ ਕਨਵਰਜੈਂਟ ਹੈ, ਉਸੇ ਲਿਮਿਟ ਤੇ ਕਨਵਰਜੈਂਟ ਹੈ। ਸੋ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ, ਧਿਆਨ 'ਚ ਰੱਖਣਾ ਹੈਗਾ। ਸੋ ਇਹ ਕਾफ़ੀ ਜ਼ਿਆਦਾ ਇੰਪੋਰਟੈਂਟ 7-8 ਪੁਆਇੰਟ ਸੀਗੇ, ਉਮੀਦ ਕਰਦਾ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਜੇਕਰ ਕੋਈ ਡਾਊਟ ਹੈ ਤੁਸੀਂ ਕਮੈਂਟ ਕਰ ਸਕਦੇ ਹੋ। ਹੁਣ ਇਸ ਤੋਂ ਅੱਗੇ ਆਪਾਂ ਸਮਝਾਂਗੇ ਮੋਨੋਟੋਨਿਕ ਸੀਕੁਐਂਸ, ਮੋਨੋਟੋਨਿਕਲੀ ਇੰਕਰੀਜ਼ਿੰਗ, ਡਿਕਰੀਜ਼ਿੰਗ, ਇਹਨਾਂ ਟੌਪਿਕਸ ਤੇ ਆਪਾਂ ਗੱਲਬਾਤ ਕਰਾਂਗੇ। ਹੁਣ ਆਪਾਂ ਗੱਲ ਸਟਾਰਟ ਕਰਦੇ ਹਾਂ ਮੋਨੋਟੋਨਿਕ ਸੀਕੁਐਂਸ ਬਾਰੇ। ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਉਹ ਹੈਗੀ ਹੈ ਮੋਨੋਟੋਨਿਕਲੀ ਇੰਕਰੀਜ਼ਿੰਗ ਸੀਕੁਐਂਸ। monotonically increasing, if an plus 1 is greater than equal to an for all n ਤਾਂ ਅਸੀਂ ਕਹਿ ਦਿੰਦੇ ਹਾਂ ਇੰਕਰੀਜ਼ਿੰਗ ਸੀਕੁਐਂਸ ਹੈ। ਕੀ ਇਹ ਵੀ ਇੱਕ ਇੰਕਰੀਜ਼ਿੰਗ ਸੀਕੁਐਂਸ ਹੈ, ਯਾਨੀ ਕਿ a1 ਤੋਂ ਵੱਡੀ ਹੋਵੇ a2, a2 ਤੋਂ ਵੱਡੀ ਜਾਂ ਬਰਾਬਰ ਹੋਵੇ a3, a3 ਤੋਂ ਵੱਡੀ ਜਾਂ ਬਰਾਬਰ ਹੋਵੇ a4, ਇਸ ਤਰ੍ਹਾਂ ਚਲਦੇ ਚਲਦੇ an ਵੱਡੀ ਹੋਵੇ, ਉਸ ਤੋਂ ਅੱਗੇ an+1 ਵੱਡੀ ਹੋਵੇ, ਤਾਂ ਇਸ ਤਰ੍ਹਾਂ ਹੀ ਜਿਹੜੀ ਸੀਕੁਐਂਸ ਹੈ ਵੱਧਦੀ ਹੀ ਚਲੀ ਜਾਵੇ, ਤਾਂ ਅਸੀਂ ਕੀ ਕਹਿੰਦੇ ਹਾਂ ਕਿ ਇਹ ਮੋਨੋਟੋਨਿਕਲੀ ਇੰਕਰੀਜ਼ਿੰਗ ਸੀਕੁਐਂਸ ਹੈ। ਠੀਕ ਹੈ, ਇਹਨੂੰ ਸਮਝਿਆ ਵੀ ਜਾ ਸਕਦਾ। ਦੇਖੋ ਜਿਵੇਂ an ਹੈ, an ਇਜ਼ ਇਕੁਅਲ ਟੂ ਮੰਨ ਲਓ n² ਹੈ, ਅਤੇ ਅਸੀਂ an+1 ਕੱਢੀਏ ਤਾਂ ਉਹ n+1 ਦਾ ਹੋਲ ਸਕੁਏਅਰ ਆਏਗੀ, यानी कि n² + 2n + 1 आएगी। ठीक है, जे असी an+1 - an करिए तो n² + 2n + 1 - n² आएगा। इत्थे की बच गया 2n + 1, क्योंकि n एक नैचुरल नंबर है तो ये जी टर्म है ये 0 तो वड्डी ही होएगी, ईवन 0 भी नहीं होएगी, 0 तो वड्डी ही होएगी। यानी कि जी ये वाली सीक्वेंस है ये मोनोटोनिकली इंक्रीजिंग है, मोनोटोनिकली इंक्रीजिंग सीक्वेंस है। ठीक है, नेक्स्ट मोनोटोनिकली डिक्रीजिंग। मोनोटोनिकली डिक्रीजिंग किहड़ी हुंदी है? इफ an+1 इज लैस दैन इक्वल टू an फॉर ऑल n, यानी कि a1 सब तो वड्डी है, उस तो छोटी a2 है, उस तो छोटी a3 है, फिर a4 है, चलते चलते an है, उस तो भी छोटी an+1 है, यानी कि जिस दी टर्म्स अगे की जाती है तो छोटियां होंदी चली जाए। फॉर एग्जाम्पल an इज इक्वल टू 1/n है, तो an+1 की होएगा 1/n+1 होएगा। जदों असी an चों an+1 घटावांगे तो 1/n माइनस ये चीज़ आएगी, जितों सानू मिलेगा 1/n n+1। नैचुरल नंबर होने करके ये 0 तो वड्डा है। देखो पहला असी अगली टर्म चो पिछली घटाई तो शो किया कि 0 तो वड्डा है। हुण असी पहला टर्म चो अगली टर्म घटाई, पहली टर्म चो अगली घटाई तो भी शो करता कि 0 तो वड्डा है। यानी कि जो छोटी टर्म पहला वाली टर्म नैक्सट टर्म तो छोटी है, पहली टर्म नैक्सट तो छोटी है तो इंक्रीजिंग है, जे पहली टर्म नैक्सट तो वड्डी है तो वो डिक्रीजिंग है। यानी कि इत्थों की क्लीयर हो गया कि यह एक मोनोटोनिकली डिक्रीजिंग सीक्वेंस है। हुण मोनोटोनिक सीक्वेंस किहड़ी हुंदी है? मोनोटोनिकली इंक्रीजिंग डिक्रीजिंग का हो गया। मोनोटोनिक सीक्वेंस किहड़ी हुंदी है? ठीक है, आइदर इंक्रीजिंग, आइदर मोनोटोनिकली इंक्रीजिंग और मोनोटोनिकली डिक्रीजिंग शब्द ही बहुत बड़े बड़े ने, और
कॉन्स्टेंट। ठीक है, ਜਿਹੜੀ ਸੀਕੁਐਂਸ ਜਦੋਂ ਮੋਨੋਟੋਨਿਕਲੀ ਇੰਕਰੀਜ਼ਿੰਗ ਹੋਵੇ ਜਾਂ ਮੋਨੋਟੋਨਿਕਲੀ ਡਿਕਰੀਜ਼ਿੰਗ ਹੋਵੇ ਜਾਂ ਫਿਰ ਕੌਨਸਟੈਂਟ ਹੋਵੇ, ਉਹਨੂੰ ਅਸੀਂ ਕੀ ਕਹਿ ਦਿੰਦੇ ਹੈਗੇ ਕਿ ਉਹ ਮੋਨੋਟੋਨਿਕ ਸੀਕੁਐਂਸ ਹੈ। ਉਮੀਦ ਕਰਦਾ ਕਿ ਤੁਹਾਨੂੰ ਇੰਨੀਆਂ ਕੁ ਗੱਲਾਂ ਬਾਤਾਂ ਇਹਦੇ ਬਾਰੇ ਸਮਝ ਆ ਗਈਆਂ ਹੋਣਗੀਆਂ। ਹੁਣ ਇੱਥੇ ਹੋਰ ਵੀ ਬਹੁਤ ਸਾਰੇ ਇੰਪੋਰਟੈਂਟ ਪੁਆਇੰਟ ਨੇਗੇ। ਮੋਨੋਟੋਨਿਕ ਸੀਕੁਐਂਸ ਬਹੁਤ ਕੁਝ ਦੱਸਦੀ ਹੈ। ਠੀਕ ਹੈ, ਦੇਖੋ ਇਹ ਤਾਂ ਹੋਊਗੀ ਮੋਨੋਟੋਨਿਕਲੀ ਇੰਕਰੀਜ਼ਿੰਗ ਸੀਕੁਐਂਸ। ਜੇ ਅਸੀਂ ਕਹਿਣਾ ਹੈਗਾ ਸਟ੍ਰਿਕਟਲੀ ਸ਼ਬਦ ਜੋੜਨਾ ਹੈ ਤਾਂ ਸਾਨੂੰ ਇੱਥੋਂ ਜਿਹੜੀ ਇਕੁਐਲਿਟੀ ਹੈ ਚੱਕਣੀ ਪਏਗੀ। ਜਿਹੜੀ ਇਹ ਇਕੁਐਲਿਟੀ ਹੈ ਇਹਨੂੰ ਚੱਕ ਦਿਓ, ਤੁਹਾਨੂੰ ਮਿਲ ਜੇਗੀ ਸਟ੍ਰਿਕਟਲੀ ਮੋਨੋਟੋਨਿਕਲੀ ਇੰਕਰੀਜ਼ਿੰਗ। ਸਿਮਿਲਰਲੀ ਜੇ ਸਟ੍ਰਿਕਟਲੀ ਮੋਨੋਟੋਨਿਕਲੀ ਡਿਕਰੀਜ਼ਿੰਗ ਦੇਖਣਾ ਹੈਗਾ ਤਾਂ ਤੁਸੀਂ ਇਹਦੇ ਵਿੱਚੋਂ ਇਕੁਐਲਿਟੀ ਜਿਹੜੀ ਹੈਗੀ ਹੈ ਉਹ ਚੱਕ ਦਿਓ। ਠੀਕ ਹੈ, ਜਦੋਂ ਸਿਰਫ ਘਟਦਾ ਹੋਇਆ ਨੇਚਰ ਨਜ਼ਰ ਆਵੇਗਾ ਤਾਂ ਅਸੀਂ ਕਹਿ ਦਾਂਗੇ ਸਟ੍ਰਿਕਟਲੀ ਮੋਨੋਟੋਨਿਕਲੀ ਇੰਕਰੀਜ਼ਿੰਗ ਹੈ, ਸਟ੍ਰਿਕਟਲੀ ਮੋਨੋਟੋਨਿਕਲੀ ਡਿਕਰੀਜ਼ਿੰਗ ਹੈ। ਕਲੀਅਰ ਹੋ ਗਿਆ। ਹੁਣ ਇੱਥੇ ਸਭ ਤੋਂ ਇੰਪੋਰਟੈਂਟ ਜਿਹੜੀ ਕੰਮ ਦੀ ਚੀਜ਼ ਯਾਦ ਰੱਖਣ ਲਈ ਹੈ, ਜਿਹੜੀ ਮੋਨੋਟੋਨਿਕ ਸੀਕੁਐਂਸ ਹੈ ਚਾਹੇ ਉਹ ਮੋਨੋਟੋਨਿਕਲੀ ਇੰਕਰੀਜ਼ਿੰਗ ਹੋਵੇ ਚਾਹੇ ਮੋਨੋਟੋਨਿਕਲੀ ਡਿਕਰੀਜ਼ਿੰਗ ਹੋਵੇ, ਉਹ ਕਨਵਰਜੈਂਟ ਪੱਕਾ ਹੋਊਗੀ। ਠੀਕ ਹੈ ਜੀ, ਸਭ ਤੋਂ ਇੰਪੋਰਟੈਂਟ ਗੱਲ ਕਿ ਐਵਰੀ monotonically increasing sequence which is bounded above converges to its lower least upper bound। ਯਾਨੀ ਕਿ ਕਲੀਅਰ ਜੀ ਗੱਲ ਹੈ। ਹੁਣ ਤੁਸੀਂ ਇੱਕ ਚੀਜ਼ ਨੂੰ ਸਮਝੋ, ਇੱਕ ਮੋਨੋਟੋਨਿਕਲੀ ਇੰਕਰੀਜ਼ਿੰਗ ਸੀਕੁਐਂਸ ਹੈ, ਇਹ ਵੱਧਦੀ ਜਾ ਰਹੀ ਹੈ, ਪਰ ਇਹ ਉੱਪਰ ਤੋਂ ਬਾਉਂਡਡ ਹੈ। ਉੱਪਰ ਤੋਂ ਕੀ ਹੈ ਵੀ ਬਾਉਂਡਡ ਹੈ। ਕੋਈ ਵੀ ਸੀਕੁਐਂਸ ਹੈ ਵੱਧਦੀ ਜਾ ਰਹੀ ਹੈ ਯਾਨੀ ਕਿ ਹਰ ਇੱਕ ਟਰਮ ਅਗਲੇ ਤੋਂ ਵੱਡੀ ਆ ਰਹੀ ਹੈ, ਉੱਪਰ ਤੋਂ ਹੀ ਬਾਉਂਡਡ ਹੈ। ਯਾਨੀ ਕਿ ਇੱਕ ਥਾਂ ਐਸੀ ਆ ਜਾਏਗੀ, ਸੀਕੁਐਂਸ ਤਾਂ ਵੱਧਦੀ ਜਾ ਰਹੀ ਹੈ ਪਰ ਫਿਰ ਵੀ ਬਾਉਂਡਡ ਹੈ। ਇਹਦਾ ਮਤਲਬ ਇਹ ਹੈ ਵੀ ਇੱਕ ਥਾਂ ਜਾ ਕੇ ਬਹੁਤ ਸਾਰੀ ਟਰਮਸ ਕੀ ਹੋ ਜਾਣਗੀਆਂ, ਇਕੱਠੀਆਂ ਹੋ ਜਾਣਗੀਆਂ। ਉਸੇ ਪੁਆਇੰਟ 'ਤੇ ਜਿਹੜੀ ਇਹ ਸੀਕੁਐਂਸ ਹੈ ਉਹ ਕੀ ਹੋ ਜਾਏਗੀ, ਕਨਵਰਜ ਕਰ ਜਾਏਗੀ। ਸਿਮਿਲਰਲੀ ਜੇ ਸੀਕੁਐਂਸ ਮੋਨੋਟੋਨਿਕਲੀ ਡਿਕਰੀਜ਼ਿੰਗ ਹੈ ਪਰ ਨੀਚੋਂ ਕੀ ਹੈ, ਬਾਉਂਡਡ ਹੈ, ਤਾਂ ਇਸ ਥਾਂ 'ਤੇ ਆ ਕੇ ਇੰਨੀਆਂ ਟਰਮਸ ਇਕੱਠੀਆਂ ਹੋ ਜਾਣਗੀਆਂ, ਇਹਦੀਆਂ ਥੋੜ੍ਹੀ ਥਾਂ ਦੇ ਵਿੱਚ ਆ ਕੇ ਇਕੱਠੀਆਂ ਹੋ ਜਾਣਗੀਆਂ ਕਿ ਇਹ ਜਿਹੜੀ ਸੀਕੁਐਂਸ ਹੈ ਇੱਥੇ ਕਨਵਰਜ ਕਰ ਜਾਏਗੀ। ਯਾਨੀ ਕਿ ਇੱਥੇ ਕੀ ਹੋ ਜਾਊਗਾ, ਦਾ ਲਿਮਿਟ ਪੁਆਇੰਟ ਸਾਨੂੰ ਮਿਲਣਾ ਸ਼ੁਰੂ ਹੋ ਜਾਊਗਾ ਜੋ ਕਿ ਯੂਨੀਕ ਹੋਏਗਾ। ਠੀਕ ਹੈ, ਅਤੇ ਮੋਨੋਟੋਨਿਕ ਸੀਕੁਐਂਸ ਦਾ ਇੱਕੋ ਹੀ ਲਿਮਿਟ ਪੁਆਇੰਟ ਹੁੰਦਾ ਹੈਗਾ, ਤਾਂ ਹੀ ਤਾਂ ਕਨਵਰਜ ਕਰਦੀਆਂ ਨੇਗੀਆਂ। ਠੀਕ ਹੈ ਨਾ, ਯੂਨੀਕ ਲਿਮਿਟ ਪੁਆਇੰਟ ਹੀ ਹੁੰਦਾ, ਇਸੇ ਕਰਕੇ ਇਹ ਕਨਵਰਜ ਕਰਦੀਆਂ ਨੇਗੀਆਂ। ਸੋ ਉਮੀਦ ਕਰਦਾ ਮੈਂ ਕਿ ਅੱਜ ਵਾਲਾ ਤੁਹਾਨੂੰ ਇਹ ਕਨਸੈਪਟ ਸਮਝ ਆ ਗਿਆ ਹੋਏਗਾ। ਨੈਕਸਟ ਵੀਡੀਓ ਇਸ ਟੌਪਿਕ ਦੀ ਲਾਸਟ ਵੀਡੀਓ ਹੋਏਗੀ। ਫਿਰ ਵੀ ਤੁਹਾਨੂੰ ਇਹ ਲੱਗਦਾ ਵੀ ਕੁਛ ਹੋਰ ਚੀਜ਼ਾਂ ਅਗਰ ਸਮਝਣੀਆਂ, ਤੁਹਾਨੂੰ ਮਤਲਬ ਲੱਗਦਾ ਹੈ ਕਿ ਇਹ ਸਮਝਣੀਆਂ ਨਹੀਂ ਆ, ਤੁਸੀਂ ਕਮੈਂਟ 'ਚ ਦੱਸ ਸਕਦੇ ਹੋ ਕਿ ਇਸ ਟੌਪਿਕ ਬਾਰੇ ਜਾਂ ਇਸ ਪੁਆਇੰਟ ਵੱਲ ਇਸ਼ਾਰਾ ਕਰਕੇ ਜਿਹੜਾ ਹੈਗਾ ਪੜ੍ਹਾਇਆ ਜਾਵੇ, ਤਾਂ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਕਿ ਆਪਾਂ ਉਹ ਚੀਜ਼ ਵੀ ਜ਼ਰੂਰ ਕਵਰ ਕਰਾਂਗੇ। ਮੇਰੀਆਂ ਹੋਰ ਪਿਛਲੇ ਵੀਡੀਓਜ਼ ਦੇਖਣ ਦੇ ਲਈ ਲਿੰਕ ਤੁਹਾਡੇ ਸਕਰੀਨ 'ਤੇ ਆ ਚੁੱਕੇ ਨੇਗੇ, ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖ ਸਕਦੇ ਹੋ। ਥੈਂਕ ਯੂ।